ਹੋਰ ਸਾਇੰਸਾਂ ਦੇ ਵਿੱਚ ਬਿਮਾਰੀ ਦੇ ਉੱਪਰ ਇਲਾਜ ਕੀਤਾ ਜਾ ਰਿਹਾ ਹੈਗਾ ਜਿਹੜਾ ਕਿ ਪੋਸੀਬਲ ਨਹੀਂ ਹੈ, ਕਿਉਂਕਿ ਜੋ ਕੈਂਸਰ ਦੇ ਸੈੱਲ ਹੈਗੇ ਉਹ ਇਟਸੈਲਫ ਆਪਣੇ ਆਪ ਹੀ ਅੱਗੇ ਤੋਂ ਅੱਗੇ ਉਹਨਾਂ ਦੀ ਗਰੋਥ ਹੁੰਦੀ ਰਹਿੰਦੀ ਹੈਗੀ ਹੈ। ਤੋ ਸਟੈਮ ਸੈੱਲ ਜਾ ਕੇ ਉਹਨਾਂ ਦੀ ਇੱਕ ਤਾਂ ਗਰੋਥ ਬੰਦ ਕਰਦੇ ਹਨ, ਠੀਕ ਹੈ ਨਾ, ਉਹਨਾਂ ਨੂੰ ਦੁਬਾਰਾ ਆਕਸੀਜਨ ਉਹਨਾਂ ਨੂੰ ਪ੍ਰੋਡਿਊਸ ਕਰਕੇ ਜਦੋਂ, ਕਿਉਂਕਿ ਉਹਨਾਂ ਦੇ ਆਕਸੀਜਨ ਨਹੀਂ ਲੈਂਦੀ ਉਹ ਮਰਦੇ ਨਹੀਂ ਹੈ। ਜਿਹੜਾ ਤੁਸੀਂ ਸਟੈਮ ਸੈੱਲ ਦੀ ਗੱਲ ਕਰ ਰਹੇ ਹੋ ਕਿ ਇਹਦੇ ਨਾਲ ਜਿਹੜੇ ਕੈਂਸਰ ਵਰਗੀ ਭਿਆਨਕ ਬਿਮਾਰੀ ਹੈ ਉਹਦਾ ਇਲਾਜ ਫਿਰ ਪੂਰੀ ਤਰ੍ਹਾਂ ਸੰਭਵ ਹੈਗਾ? ਹਾਂਜੀ, ਬਿਲਕੁਲ ਸੰਭਵ ਹੈ ਜੀ। ਇਹ ਹੁੰਦੇ ਜੀ ਸਟੈਮ ਸੈੱਲ, ਇਹਦਾ ਕੰਮ ਹੈ ਵੀ ਇਹਨੇ ਜਾ ਕੇ ਸਭ ਤੋਂ ਪਹਿਲਾਂ ਬੋਡੀ ਨੂੰ ਪਾਵਰਫੁਲ ਬਣਾਉਣਾ ਹੈ, ਬੋਡੀ ਦੇ ਵਿੱਚ ਸੈੱਲਸ ਦੀ ਮਾਤਰਾ ਵਧਾਉਣੀ ਹੈ ਜਿਹੜੇ ਸੈੱਲ ਬਿਮਾਰੀ ਦੇ ਨਾਲ ਲੜਦੇ ਹਨ। ਕਿਡਨੀ ਫੇਲੀਅਰ ਦਾ ਵੀ ਇਲਾਜ ਹੈ ਨਹੀਂ, ਉਹਦੇ ਵਿੱਚ ਵੀ ਡਾਇਲਸਿਸ ਕਰਵਾਉਂਦੇ ਰਹੋ, ਠੀਕ ਹੈ, ਜਦ ਕਿ ਸਾਡੀਆਂ ਦਵਾਈਆਂ ਦੇ ਨਾਲ ਕਿਡਨੀ ਫੇਲੀਅਰ ਰੀਜਨਰੇਟ ਹੁੰਦੀ, ਰੀਐਕਟੀਵੇਟ ਹੁੰਦੀ ਹੈਗੀ। ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟ ਦਾ ਜੋ ਡਾਇਲਸਿਸ ਹੈ ਉਹਦੀ ਡਿਊਰੇਸ਼ਨ ਘਟਾਉਂਦੇ ਹੈਗੇ ਆ। ਜੇ ਔਰਗਨ ਖਰਾਬ ਹੋ ਗਿਆ ਹੈਗਾ ਉਹਦੀ ਅਸੀਂ ਵਰਕਿੰਗ ਦੇ ਵਿੱਚ ਲੈ ਆਉਂਦੇ ਹਾਂ ਦਵਾਈਆਂ ਦੇ ਨਾਲ। ਇਹਨੇ ਬੋਡੀ ਨੂੰ ਅੰਦਰੋਂ ਸਟਰੋਂਗ ਕਰਨਾ ਹੈਗਾ, ਕਿਉਂਕਿ ਸਾਡਾ ਖਾਣ ਪਾਣ ਠੀਕ ਨਹੀਂ ਹੈਗਾ, ਪੈਸਟੀਸਾਈਡ, ਕੈਮੀਕਲ, ਪੋਲਿਊਸ਼ਨ, ਇਹਨਾਂ ਚੀਜ਼ਾਂ ਦੇ ਕਰਕੇ ਲਿਵਰ ਦੀਆਂ ਬਿਮਾਰੀਆਂ ਬਹੁਤ ਤੇਜ਼ੀ ਦੇ ਨਾਲ ਫੈਲ ਰਹੀਆਂ। ਜਦ ਲਿਵਰ ਸਿਰੋਸਿਸ ਦੀ ਸਟੇਜ ਹੈ, ਬੜੀ ਇੱਕ ਡੇਂਜਰਸ ਸਟੇਜ ਹੈਗੀ ਹੈ, ਜਿਹਦੇ ਵਿੱਚ ਪੇਸ਼ੈਂਟ ਦਾ ਖਾਣਾ ਪੀਣਾ ਬੰਦ ਹੋ ਜਾਂਦਾ ਹੈ, ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ, ਲੱਤਾਂ ਬਾਹਾਂ ਸੁੱਕ ਕੇ ਬਹੁਤ ਪਤਲੀਆਂ ਪਤਲੀਆਂ ਰਹਿ ਜਾਂਦੀਆਂ ਹਨ, ਅਤੇ ਇੱਕ ਤਰ੍ਹਾਂ ਦੀ ਪੇਸ਼ੈਂਟ ਡੈਥ ਬੈੱਡ 'ਤੇ ਹੋ ਜਾਂਦਾ ਹੈ। ਕਿ ਇਹ ਜਿਹੜੀ ਤੁਸੀਂ ਮੈਡੀਸਨ ਦੱਸ ਰਹੇ ਹੋ ਇਹ ਲੈਣ ਦੇ ਨਾਲ ਇਹ ਤਾਂ ਨਹੀਂ ਹੋਵੇਗਾ ਕਿ ਉਨਾ ਟਾਈਮ ਹੀ ਜਿਹੜਾ ਉਹ ਠੀਕ ਰਹੇਗਾ ਅਤੇ ਜਦੋਂ ਮੈਡੀਸਨ ਛੱਡਦੀ ਆਪਾਂ ਉਸ ਤੋਂ ਬਾਅਦ ਫਿਰ ਕੋਈ ਸਮੱਸਿਆ ਹੋਣੀ ਸਟਾਰਟ ਹੋ ਜਾਂਦੀ ਹੈ? ਇਸ ਨੇ ਜਦੋਂ ਸਰੀਰ ਨੂੰ ਸਟਰੋਂਗ ਬਣਾ ਦੇਣਾ ਹੈਗਾ, ਅਸੀਂ ਦਵਾਈ ਤਾਂ ਕਿਸੇ ਹੋਰ ਰੋਗ ਦੀ ਖਾ ਰਹੇ ਹਾਂ, ਜਦ ਸਾਡਾ ਸਰੀਰ ਠੀਕ ਹੈ ਤਾਂ ਸਾਰੀਆਂ ਬਿਮਾਰੀਆਂ ਹੀ ਸਾਈਮਲਟੇਨੀਅਸਲੀ ਠੀਕ ਹੋ ਰਹੀਆਂ ਹੈਗਾ। ਕਿਉਂਕਿ ਸ਼ੂਗਰ ਜਿਹੜੀ ਬਿਮਾਰੀ ਹੈ ਉਹ ਕਿਡਨੀ 'ਤੇ, ਉਹ ਬ੍ਰੇਨ 'ਤੇ, ਉਹ ਹਾਰਟ 'ਤੇ, ਉਹ ਆਈਜ਼ 'ਤੇ, ਉਹ ਫੀਟ ਪੈਰਾਂ 'ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ। ਜਿਹੜਾ ਵੀ ਪੇਸ਼ੈਂਟ ਕੰਟੀਨਿਊਸਲੀ ਦਵਾਈਆਂ ਖਾ ਰਿਹਾ ਹੈਗਾ ਉਹਦਾ ਡੇ ਬਾਈ ਡੇ ਸਰੀਰ ਵੀਕ ਹੁੰਦਾ ਰਹਿਣਾ ਹੈਗਾ। ਜਦੋਂ ਤੁਹਾਡਾ ਪੈਂਕਰੀਅਸ ਵਰਕਿੰਗ 'ਚ ਆ ਜਾਏਗਾ ਤੁਹਾਡੀ ਸ਼ੂਗਰ ਆਟੋਮੈਟਿਕਲੀ ਠੀਕ ਹੋ ਜਾਏਗੀ। ਸਤਿ ਸ਼੍ਰੀ ਅਕਾਲ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ। ਮੈਂ ਤੁਹਾਡਾ ਦੋਸਤ ਗਗਨ ਸਮਾਲ। ਦੋਸਤੋ, ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਤਾਂ ਮਨੁੱਖ ਦੀ ਅਸੀਂ ਗੱਲ ਕਰ ਲਈਏ, ਮਨੁੱਖ ਜਿਹੜਾ ਲਗਾਤਾਰ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਿਹਾ, ਕਿਉਂਕਿ ਸਾਡਾ ਜਿਹੜਾ ਖਾਣ ਪੀਣ ਹੈ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਬੋਡੀ ਹੈ, ਬੋਡੀ ਸਟਰਕਚਰ ਹੈ, ਉਹਦੇ ਉੱਪਰ ਬੁਰਾ ਜਿਹੜਾ ਪ੍ਰਭਾਵ ਪੈਂਦਾ। ਅਤੇ ਜੇ ਅਸੀਂ ਗੱਲ ਕਰ ਲਈਏ ਇੱਕ ਤੋਂ ਦੂਜਾ ਮਨੁੱਖ ਆ ਜਿਹੜਾ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਹੈ, ਪਰ ਇਹਨਾਂ ਦੇ ਚੱਲਦਿਆਂ ਕਦੋਂ ਜਿਹੜੀਆਂ ਘਾਤਕ ਬਿਮਾਰੀਆਂ ਹੁੰਦੀਆਂ ਨੇ ਸਾਡੇ ਸਰੀਰ ਦੇ ਅੰਦਰ ਜਿਹੜਾ ਘਰ ਕਰ ਜਾਂਦੀਆਂ ਨੇ, ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ। ਅਤੇ ਘਾਤਕ ਬਿਮਾਰੀਆਂ ਦੀ ਗੱਲ ਕਰਦੇ ਜਿੱਦਾਂ ਅਸੀਂ ਕੈਂਸਰ ਦੀ ਗੱਲ ਕਰਦੇ ਹਾਂ, ਨਾ ਮੁਰਾਦ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਕਦੋਂ ਸਾਡੇ ਸਰੀਰ ਦੇ ਅੰਦਰ ਦਾਖਲ ਹੋ ਜਾਂਦੀਆਂ ਅਤੇ ਕਦੋਂ ਸਾਡੀ ਬੋਡੀ ਦੇ ਅੰਦਰ ਘਰ ਕਰਕੇ ਬੈਠ ਜਾਂਦੀਆਂ, ਸਾਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਲੱਗਦਾ। ਪਰ ਜਦੋਂ ਹੀ ਇਹ ਬਿਮਾਰੀਆਂ ਦਾ ਅਸੀਂ ਨਾਮ ਸੁਣਦੇ ਹਾਂ, ਜਿੱਦਾਂ ਕਿ ਕੈਂਸਰ ਹੋ ਗਿਆ, ਤਾਂ ਜਿੱਦਾਂ ਕਿ ਕਿਡਨੀ ਫੇਲੀਅਰ ਹੋ ਗਿਆ, ਜਿੱਦਾਂ ਕਿ ਲਿਵਰ ਡਿਜ਼ੀਜ਼ ਹੋ ਗਿਆ, ਤਾਂ ਜਦੋਂ ਇਹ ਘਾਤਕ ਬਿਮਾਰੀਆਂ ਦਾ ਅਸੀਂ ਨਾਮ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ ਕਿ ਇਸ ਦਾ ਜਿਹੜਾ ਕੋਈ ਇਲਾਜ ਹਾਲੇ ਤੱਕ ਕੋਈ ਸੰਭਵ ਨਹੀਂ ਹੈ। ਪਰ ਇਸ ਦਾ ਇਲਾਜ ਹੁਣ ਸੰਭਵ ਹੋ ਸਕਦਾ, ਅਤੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਨਾਲ ਡਾਕਟਰ ਮੌਜੂਦ ਹੋਣਗੇ ਜਿਹੜੇ ਦਾਅਵਾ ਕਰਦੇ ਨੇ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵੀ, ਕਿਡਨੀ ਫੇਲਰ ਵਰਗੀਆਂ ਬਿਮਾਰੀਆਂ ਵੀ ਪੂਰੀਆਂ ਜੜ ਤੋਂ ਖਤਮ ਕੀਤੀਆਂ ਜਾਂਦੀਆਂ ਨੇ। ਸੋ ਕੀ ਫਾਰਮੂਲਾ, ਕਿਹੜਾ ਇਹੋ ਜਿਹਾ ਨੁਕਤਾ ਉਹਨਾਂ ਨੇ ਤਿਆਰ ਕੀਤਾ, ਕਿੱਥੋਂ ਜਿਹੜਾ ਜੜੀ ਬੂਟੀਆਂ ਲੱਭ ਕੇ ਲੈ ਕੇ ਆਏ ਨੇ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਮੌਜੂਦ ਨੇ ਡਾਕਟਰ ਰਾਜੇਸ਼ ਠਾਕਰ ਜੀ, ਅਤੇ ਉਹਨਾਂ ਦੇ ਨਾਲ ਹੀ ਜਿਹੜੀ ਗੱਲਬਾਤ ਸਾਰੀ ਕਰਦੇ ਹਾਂ। ਰਾਜੇਸ਼ ਠਾਕਰ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਧੰਨਵਾਦ ਜੀ, ਸ਼ੁਕਰੀਆ। ਅਤੇ ਡਾਕਟਰ ਸਾਹਿਬ, ਅਕਸਰ ਹੀ ਤੁਸੀਂ ਜਿਹੜਾ ਇੱਕ ਦਾਅਵਾ ਕਰਦੇ ਹੋ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਉਹਨਾਂ ਨੂੰ ਜੜ ਤੋਂ ਖਤਮ ਕਰਨ ਦੀਆਂ ਤੁਸੀਂ ਗੱਲਾਂ ਕਰਦੇ ਹੋ। ਕਿਹੜਾ ਇਹੋ ਜਿਹਾ ਨੁਕਤਾ ਤੁਹਾਡੇ ਹੱਥ ਲੱਗਿਆ, ਕਿਸ ਤਰ੍ਹਾਂ ਤੁਸੀਂ ਜਿਹੜਾ ਇਲਾਜ ਕਰਦੇ ਹੋ, ਕੀ ਕੈਂਸਰ ਦਾ ਇਲਾਜ ਹੈ ਜਿਹੜਾ ਉਹ ਸੰਭਵ ਹੈ ਅੱਜ ਦੇ ਸਮੇਂ ਦੇ ਵਿੱਚ? ਦੇਖੋ ਗਗਨ ਜੀ, ਅੱਜ ਦੇ ਸਮੇਂ ਦੇ ਵਿੱਚ ਬਿਮਾਰੀਆਂ ਬਹੁਤ ਤੇਜ਼ੀ ਦੇ ਨਾਲ ਮਾਨਵਤਾ 'ਤੇ ਅਟੈਕ ਕਰ ਰਹੀਆਂ। ਹੋਰ ਸਾਇੰਸਾਂ ਦੇ ਵਿੱਚ ਬਿਮਾਰੀ ਦੇ ਉੱਪਰ ਇਲਾਜ ਕੀਤਾ ਜਾ ਰਿਹਾ ਹੈਗਾ ਜਿਹੜਾ ਕਿ ਪੋਸੀਬਲ ਨਹੀਂ ਹੈ,
ਸਾਡੀ ਸਾਇੰਸ ਕਹਿੰਦੀ ਹੈ ਵੀ ਅਗਰ ਅਸੀਂ ਸਰੀਰ ਦੇ ਉੱਪਰ ਸਰੀਰ ਨੂੰ ਸਟਰੋਂਗ ਬਣਾ ਲਿਆ ਜਾਵੇ ਤਾਂ ਸਰੀਰ ਇਟਸੈਲਫ ਬਿਮਾਰੀਆਂ ਦੇ ਨਾਲ ਲੜਦਾ ਹੈ। ਉਹਦੇ ਲਈ ਅਸੀਂ ਹੁਣ ਸਟਾਰਟ ਕੀਤਾ ਹੈ ਸਟੈਮ ਸੈੱਲ ਥੈਰੇਪੀ, ਜਿਹੜੀ ਕਿ ਇੱਕ ਸਵਿਟਜ਼ਰਲੈਂਡ ਤੋਂ ਅਸੀਂ ਇੰਪੋਰਟ ਕਰਦੇ ਹਾਂ। ਜੋ ਸਟੈਮ ਸੈੱਲ ਹੈ, ਸਾਡਾ ਸਰੀਰ ਸੈੱਲਾਂ ਦੇ ਨਾਲ ਬਣਿਆ ਹੈ, ਕਰੋੜਾਂ ਅਰਬਾਂ ਸੈੱਲਾਂ ਦੇ ਨਾਲ ਸਾਡਾ ਸਰੀਰ ਬਣਿਆ ਹੈ, ਜਿਹੜੇ ਕਿ 200 ਪ੍ਰਕਾਰ ਦੇ ਸੈੱਲ ਹੁੰਦੇ ਅਲੱਗ-ਅਲੱਗ ਤਰ੍ਹਾਂ ਦੇ, ਜਿਨ੍ਹਾਂ ਵਿੱਚ RBC, WBC, ਪਲੇਟਲੇਟ ਸੈੱਲ ਔਰ ਸਕਿਨ ਸੈੱਲ ਔਰ ਆਪਣਾ ਬ੍ਰੇਨ ਸੈੱਲ, ਪੈਂਕ੍ਰੀਆਟਿਕ ਸੈੱਲ, ਇਸ ਤਰ੍ਹਾਂ 200 ਪ੍ਰਕਾਰ ਦੇ ਅਲੱਗ-ਅਲੱਗ ਤਰ੍ਹਾਂ ਦੇ ਸੈੱਲ ਹੁੰਦੇ ਹਨ। ਅਤੇ ਜਦੋਂ ਵੀ ਕੋਈ ਬਿਮਾਰੀ ਲੱਗਦੀ ਹੈ ਉਹ ਸੈੱਲ ਵੀਕ ਹੋ ਜਾਂਦੇ ਹਨ, ਜਾਂ ਉਹ ਸੈੱਲਾਂ ਦੀ ਵਰਕਿੰਗ ਕਪੈਸਿਟੀ ਘੱਟ ਜਾਂਦੀ ਹੈਗੀ ਹੈ, ਜਾਂ ਉਹ ਪੂਰੇ ਨਹੀਂ ਹੁੰਦੇ। ਇਸ ਕਰਕੇ ਸਾਡੇ ਸਰੀਰ ਨੂੰ ਬਿਮਾਰੀ ਲੱਗਦੀ। ਸਾਡੀ ਸਰੀਰ ਦੀ ਬਿਮਾਰੀ ਦੇ ਨਾਲ ਸਿਰਫ ਸੈੱਲ ਹੀ ਲੜ ਸਕਦੇ ਹਨ। ਅਤੇ ਜੋ ਸਾਡੀ ਇਹ ਸਾਇੰਸ ਕਹਿੰਦੀ ਹੈ ਵੀ ਅਗਰ ਜੋ ਇੱਕ ਸਟੈਮ ਸੈੱਲ ਹੈ, ਇਹ ਬਹੁਤ ਹੀ ਇੱਕ ਸੂਝਵਾਨ ਸੈੱਲ ਹੈ। ਇਹ ਜਦੋਂ ਸਾਡੇ ਬਾਡੀ ਦੇ ਵਿੱਚ ਆਲਰੇਡੀ ਸਟੈਮ ਸੈੱਲ ਹੁੰਦੇ ਹਨ, ਪਰ ਕਈ ਵਾਰੀ ਉਹ ਵੀ ਘੱਟ ਪੈਂਦੇ ਹਨ। ਬਿਮਾਰੀ ਉਸ ਵੱਡੇ ਲੈਵਲ ਦੀ ਬਿਮਾਰੀ ਆ ਜਾਂਦੀ ਹੈ, ਜਿਸ ਕਰਕੇ ਉਹ ਸਟੈਮ ਸੈੱਲ ਘੱਟ ਪੈਂਦੇ ਹਨ। ਤੋ ਇਸ ਕਰਕੇ ਸਾਨੂੰ ਬਾਹਰੋਂ ਸਟੈਮ ਸੈੱਲ ਇਨਟੇਕ ਕਰਨੇ ਪੈਂਦੇ ਹਨ। ਤੋ ਇਸ ਚੀਜ਼ ਦੇ ਲਈ ਡਾਕਟਰ ਫਰੈਡ ਜੂਲੀ ਸਵਿਟਜ਼ਰਲੈਂਡ ਤੋਂ, ਉਹਨਾਂ ਨੇ ਸਟੈਮ ਸੈੱਲ, ਉਹਨਾਂ ਨੂੰ ਫਾਦਰ ਆਫ ਸਟੈਮ ਸੈੱਲ ਕਹਿੰਦੇ ਹਨ, ਉਹਨਾਂ ਨੇ ਪਲਾਂਟ ਸਟੈਮ ਸੈੱਲ ਇੰਟਰੋਡਿਊਸ ਕੀਤੇ, ਜਿਹੜੇ ਕਿ ਹਿਊਮਨ ਸੈੱਲ ਦੇ ਬਿਲਕੁਲ 80% ਹਿਊਮਨ ਸੈੱਲ ਦੇ ਤਰ੍ਹਾਂ ਹੀ ਕੰਮ ਕਰਦੇ ਹਨ। ਜਦੋਂ ਅਸੀਂ ਉਹ ਬਾਡੀ ਦੇ ਵਿੱਚ ਇਨਟੇਕ ਕਰਦੇ ਹਾਂ ਅਤੇ ਉਹ ਜਾ ਕੇ ਸਟੈਮ ਸੈੱਲ ਦੇ ਵਿੱਚ, ਜਿੱਥੇ ਵੀ ਬਿਮਾਰੀ ਦੇ ਵਿੱਚ ਜਿਹੜੇ ਵੀ ਮੰਨ ਲਓ ਬ੍ਰੇਨ ਸੈੱਲ ਦੀ ਲੋੜ ਹੈ, ਕੋਈ ਦਿਮਾਗੀ ਪ੍ਰੋਬਲਮ ਹੈ, ਜਾਂ ਸਾਨੂੰ ਟੈਨਸ਼ਨ, ਐਂਗਜ਼ਾਇਟੀ, ਡਿਪਰੈਸ਼ਨ, ਪਰੇਸ਼ਾਨੀ ਹੈ, ਉਦੋਂ ਸਾਡੇ ਬ੍ਰੇਨ ਸੈੱਲ ਵੀਕ ਹੋ ਜਾਂਦੇ ਹਨ। ਉਸ ਟਾਈਮ ਉਹ ਸਟੈਮ ਸੈੱਲ ਜਾ ਕੇ ਬ੍ਰੇਨ ਸੈੱਲ ਦੇ ਉੱਤੇ ਉਹਨਾਂ ਦੀ ਜਗ੍ਹਾ ਲੈ ਲੈਂਦੇ ਹਨ ਅਤੇ ਉਹਨਾਂ ਦੀ ਕਾਰਜ ਪ੍ਰਣਾਲੀ ਬਿਲਕੁਲ ਠੀਕ ਕਰ ਦਿੰਦੇ ਹਨ। ਉਸੇ ਤਰ੍ਹਾਂ ਹੀ ਜਿੱਦਾਂ ਸਾਡੇ ਬਾਡੀ ਦੇ ਵਿੱਚ ਕੈਂਸਰ ਆ ਜਾਂਦਾ ਹੈ, ਠੀਕ ਹੈ ਨਾ, ਕੈਂਸਰ ਨੂੰ ਲੜਨ ਦੇ ਲਈ ਸਾਡੇ RBC ਸੈੱਲ ਹੁੰਦੇ ਹਨ, ਕਿਉਂਕਿ ਜੋ ਕੈਂਸਰ ਦੇ ਸੈੱਲ ਹੈਗੇ ਉਹ ਇਟਸੈਲਫ ਆਪਣੇ ਆਪ ਹੀ ਅੱਗੇ ਤੋਂ ਅੱਗੇ ਉਹਨਾਂ ਦੀ ਗਰੋਥ ਹੁੰਦੀ ਰਹਿੰਦੀ ਹੈਗੀ ਹੈ। ਤੋ ਸਟੈਮ ਸੈੱਲ ਜਾ ਕੇ ਉਹਨਾਂ ਦੀ ਇੱਕ ਤਾਂ ਗਰੋਥ ਬੰਦ ਕਰਦੇ ਹਨ, ਠੀਕ ਹੈ ਨਾ, ਉਹਨਾਂ ਨੂੰ ਦੁਬਾਰਾ ਆਕਸੀਜਨ ਉਹਨਾਂ ਨੂੰ ਪ੍ਰੋਡਿਊਸ ਕਰਕੇ, ਜਦੋਂ ਕਿਉਂਕਿ ਉਹਨਾਂ ਦੇ ਆਕਸੀਜਨ ਨਹੀਂ ਲੈਂਦੀ ਉਹ ਮਰਦੇ ਨਹੀਂ ਹੈ। ਨਹੀਂ ਤਾਂ ਹਰ ਸੈੱਲ ਦੀ ਇੱਕ ਜ਼ਿੰਦਗੀ ਹੈ, 120 ਦਿਨਾਂ ਤੱਕ ਸੈੱਲ ਦੁਬਾਰਾ ਨਵਾਂ ਬਣ ਜਾਂਦਾ ਹੈ। ਬਟ ਜਿਹੜੇ ਕੈਂਸਰ ਸੈੱਲ ਹੈ ਉਹ ਬਿਨਾਂ ਆਕਸੀਜਨ ਤੋਂ ਜੀਵਤ ਰਹਿ ਕੇ ਆਪਣੀ ਅਲੱਗ ਸ਼ੇਪ ਲੈ ਲੈਂਦੇ ਹਨ ਅਤੇ ਬਾਡੀ ਦੇ ਹੋਰ ਔਰਗਨ ਦੇ ਵਿੱਚ ਡਿਸਟਰਬ ਕਰਦੇ ਹਨ, ਅਤੇ ਇਸੇ ਕਰਕੇ ਇਹਨੂੰ ਟਿਊਮਰ ਦਾ ਸ਼ੇਪ ਲੈ ਲੈਂਦੇ ਹਨ। ਤੋ ਜੋ ਸਟੈਮ ਸੈੱਲ ਹੈ ਇਹ ਜਾ ਕੇ ਬਾਡੀ ਦੇ ਵਿੱਚ ਉਹਨਾਂ ਸੈੱਲ ਨੂੰ, ਉਹਨਾਂ ਦੇ ਸੈੱਲ ਦੇ ਨਾਲ ਫਾਈਟ ਕਰਦੀ ਹੈ, ਉਹਨਾਂ ਨੂੰ ਖ਼ਤਮ ਕਰਦੀ ਹੈਗੀ ਹੈ। ਇਸ ਕਰਕੇ ਸਾਡੀ ਸਾਇੰਸ ਦੇ ਵਿੱਚ ਕੈਂਸਰ ਸੈੱਲ ਦੇ ਲਈ ਬਹੁਤ ਹੀ ਅੱਛਾ ਇਲਾਜ ਹੈ। ਸੋ ਜਿਹੜਾ ਤੁਸੀਂ ਸਟੈਮ ਸੈੱਲ ਦੀ ਗੱਲ ਕਰ ਰਹੇ ਹੋ ਕਿ ਇਹਦੇ ਨਾਲ ਜਿਹੜੇ ਕੈਂਸਰ ਵਰਗੀ ਭਿਆਨਕ ਬਿਮਾਰੀ ਹੈ ਉਹਦਾ ਇਲਾਜ ਫਿਰ ਪੂਰੀ ਤਰ੍ਹਾਂ ਸੰਭਵ ਹੈਗਾ? ਹਾਂਜੀ, ਬਿਲਕੁਲ ਸੰਭਵ ਹੈ ਜੀ। ਇਹਦੇ ਲਈ ਥੋੜ੍ਹੀ ਦਵਾਈ ਲਗਾਤਾਰ ਖਾਣੀ ਪੈਂਦੀ ਹੈ। ਦੇਖੋ ਸਾਡੀ ਜੋ ਇਹ ਹੁੰਦੇ ਜੀ ਸਟੈਮ ਸੈੱਲ, ਇਹ ਫਾਈਟੋਬਿਸ ਨਾਮ ਦਾ ਸਟੈਮ ਸੈੱਲ ਹੈ। ਇਹਦਾ ਕੰਮ ਹੈ ਵੀ ਇਹਨੇ ਜਾ ਕੇ ਸਭ ਤੋਂ ਪਹਿਲਾਂ ਬਾਡੀ ਨੂੰ ਪਾਵਰਫੁਲ ਬਣਾਉਣਾ ਹੈ, ਬਾਡੀ ਦੇ ਵਿੱਚ ਸੈੱਲਸ ਦੀ ਮਾਤਰਾ ਵਧਾਉਣੀ ਹੈ, ਜਿਹੜੇ ਸੈੱਲ ਬਿਮਾਰੀ ਦੇ ਨਾਲ ਲੜਦੇ ਹਨ, ਬਿਮਾਰੀ ਦੇ ਸੈੱਲਾਂ ਦੇ ਨਾਲ ਲੜਦੇ ਹਨ, ਠੀਕ ਹੈ। ਜਦੋਂ ਉਹਨਾਂ ਨਾਲ ਇਹਨਾਂ ਨੇ ਫਾਈਟ ਕਰਨੀ ਹੈ, ਉਸ ਤੋਂ ਬਾਅਦ ਉਹ ਸੈੱਲ ਨੂੰ, ਐਕਚੁਅਲੀ ਜੋ ਕੈਂਸਰ ਸੈੱਲ ਹੈ ਇਹ ਸਾਡੀ ਆਪਣੇ ਅੰਦਰੋਂ ਹੀ ਸੈੱਲ ਹੈ, ਜਿਹੜੇ ਕਿ ਇੱਕ ਸੈੱਲਾਂ ਨੇ ਗਲਤ ਸ਼ੇਪ ਲੈ ਲਈ ਹੈ। ਉਹ ਬਿਨਾਂ ਆਕਸੀਜਨ ਤੋਂ ਜੀ ਰਹੇ ਹਨ ਅਤੇ ਉਹ ਫਰਮੈਂਟੇਸ਼ਨ ਦੇ ਨਾਲ ਜੀਂਦੇ ਹਨ। ਇਸ ਕਰਕੇ ਉਹਨਾਂ ਦਾ ਰੂਪ ਅਲੱਗ ਹੋ ਜਾਂਦਾ ਹੈ, ਉਹਨਾਂ ਦੀ ਸ਼ਕਲ ਅਲੱਗ ਹੋ ਜਾਂਦੀ ਹੈ। ਇਸ ਕਰਕੇ ਟਿਊਮਰ ਦੀ ਸ਼ੇਪ ਉਹ ਲੈ ਲੈਂਦੇ ਹਨ ਅਤੇ ਸਰੀਰ ਦੇ ਦੂਜੇ ਔਰਗਨ ਦੇ ਵਿੱਚ ਜਾ ਕੇ ਡਿਸਟਰਬੈਂਸ ਕਰਦੇ ਹਨ, ਅਤੇ ਉਹਦੇ ਨਾਲ ਕੀ ਹੈ ਵੀ ਬੰਦੇ ਦੀ ਫਿਰ ਲਾਈਫ ਕਾਫੀ ਨੇੜੇ ਹੋ ਜਾਂਦੀ ਹੈ। ਅਤੇ ਬਟ ਇਹ ਜਾ ਕੇ ਦੁਬਾਰਾ ਉਹਨੂੰ ਰੀਜਨਰੇਟ ਕਰਦੇ ਹਨ ਅਤੇ ਖ਼ਤਮ ਕਰਦੇ ਹਨ। ਅਤੇ ਸਰ ਮੈਂ ਗੱਲ ਕਰ ਲਾਂ ਤਾਂ ਜਦੋਂ ਹੀ ਬੰਦਾ ਕੋਈ ਇਹ ਬਿਮਾਰੀ ਦਾ ਨਾਮ ਸੁਣਦਾ, ਜਿੱਦਾਂ ਕਿ ਕੈਂਸਰ ਆਪਾਂ ਕਹਿ ਦਈਏ, ਕਿਡਨੀ ਫੇਲੀਅਰ ਹੋ ਗਿਆ, ਜਾਂ ਆਪਾਂ ਲਿਵਰ ਡਿਜ਼ੀਜ਼ ਆਪਾਂ ਕਹਿ ਦਈਏ, ਜਦੋਂ ਹੀ ਇਹਨਾਂ ਬਿਮਾਰੀਆਂ ਦਾ ਨਾਮ ਕੋਈ ਬੰਦਾ ਸੁਣਦਾ ਹੈ ਤਾਂ ਇੱਕਦਮ ਦਿਮਾਗ ਦੇ ਵਿੱਚ ਸ਼ੌਕ ਲੱਗਦਾ ਹੈ ਕਿ ਕਦੇ ਮੈਂ ਠੀਕ ਹੋ ਜਾਊਂਗਾ। ਅਤੇ ਫਿਰ ਹੁਣ ਜਿਹੜੇ ਇਸ ਤਰ੍ਹਾਂ ਦੇ ਫੇਲੀਅਰ ਹੁੰਦੇ ਆ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਨੂੰ, ਤਾਂ ਉਹ ਪੂਰੀ ਤਰ੍ਹਾਂ ਨਾਲ ਜੇ ਸਟੈਮ ਸੈੱਲ ਯੂਜ਼ ਕਰਦੇ ਆ ਤਾਂ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ? ਜੀ ਬਿਲਕੁਲ। ਦੇਖੋ ਅੱਜ ਦਾ ਟਾਈਮ ਹੈ, ਪੇਸ਼ੈਂਟ ਥੋੜ੍ਹਾ ਪੇਸ਼ੈਂਸ ਘੱਟ ਰੱਖਦਾ ਹੈ,
ਕਿਉਂਕਿ ਬਿਮਾਰੀ ਉਹਨਾਂ ਨੂੰ ਕਾਫੀ ਬੜੀਆਂ ਬਿਮਾਰੀਆਂ ਲੱਗੀਆਂ ਹੁੰਦੀਆਂ ਹਨ ਅਤੇ ਉਹ ਸਾਡੇ ਤੋਂ ਸਿਰਫ 1-2 ਮਹੀਨੇ 'ਚ ਹੀ ਐਕਸਪੈਕਟ ਕਰਦੇ ਹਨ ਵੀ ਡਾਕਟਰ ਸਾਹਿਬ ਫਰਕ ਨਹੀਂ ਪਿਆ ਹੈਗਾ। ਜਦ ਕਿ ਦੇਖੋ ਕੈਂਸਰ ਦਾ ਵੀ ਕੋਈ ਬਹੁਤ ਜ਼ਿਆਦਾ ਵਧੀਆ ਇਲਾਜ ਹੈ ਨਹੀਂ ਮਾਡਰਨ ਸਾਇੰਸਿਸ ਕੋਲ, ਔਰ ਕਿਡਨੀ ਫੇਲੀਅਰ ਦਾ ਵੀ ਇਲਾਜ ਹੈ ਨਹੀਂ, ਉਹਦੇ ਵਿੱਚ ਵੀ ਡਾਇਲਸਿਸ ਕਰਵਾਉਂਦੇ ਰਹੋ ਠੀਕ ਹੈ। ਜਦ ਕਿ ਸਾਡੀਆਂ ਦਵਾਈਆਂ ਦੇ ਨਾਲ ਕਿਡਨੀ ਫੇਲੀਅਰ ਰੀਜਨਰੇਟ ਹੁੰਦੀ, ਰੀਐਕਟੀਵੇਟ ਹੁੰਦੀ ਹੈਗੀ ਹੈ। ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟ ਦਾ ਜੋ ਡਾਇਲਸਿਸ ਹੈ ਉਹਦੀ ਡਿਊਰੇਸ਼ਨ ਘਟਾਉਂਦੇ ਹੈਗੇ ਆ, ਯਾਨੀ ਕਿ ਅਗਰ ਉਹਨੂੰ ਮੰਨ ਲਓ ਵੀ 15 ਦਿਨ ਬਾਅਦ ਜਾਂ ਹਫ਼ਤੇ ਬਾਅਦ ਡਾਇਲਸਿਸ ਹੁੰਦਾ ਹੈਗਾ, ਸਭ ਤੋਂ ਪਹਿਲਾਂ ਉਹਨੂੰ ਡਾਇਲਸਿਸ ਨੂੰ ਲੰਬਾ ਟਾਈਮ ਲੱਗਦਾ ਹੈਗਾ। ਸਲੋਲੀ ਜੋ ਕਿਡਨੀ ਹੈ, ਜਿੰਨੀ ਵੀ ਕਿਡਨੀ ਬਚੀ ਹੋਈ ਹੈ 20% 30% ਅਸੀਂ ਉਹ ਤੋਂ ਹੀ ਵਰਕ ਲੈਣਾ ਹੈਗਾ, ਤਾਂ ਕਿ ਕਿਡਨੀ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਪੇਸ਼ੈਂਟ ਦਾ ਡਾਇਲਸਿਸ ਹੀ ਬੰਦ ਹੋ ਗਿਆ ਨਾ, ਇਹਦਾ ਮਤਲਬ ਕਿਡਨੀ ਵਰਕਿੰਗ ਦੇ ਵਿੱਚ ਆ ਜਾਂਦੀ ਹੈ। ਸਾਡੇ ਕੋਲ ਹੁਣ ਪੇਸ਼ੈਂਟ ਦੂਰੋਂ ਪੇਸ਼ੈਂਟ ਆਉਂਦੇ ਹਨ, ਕਿਉਂਕਿ ਉਹਨਾਂ ਕੋਲ ਤਾਂ ਆਪਸ਼ਨ ਹੀ ਹੈ ਨਹੀਂ ਡਾਇਲਸਿਸ ਤੋਂ ਇਲਾਵਾ, ਅਤੇ ਡਾਇਲਸਿਸ ਵੀ ਉਹ ਜ਼ਿਆਦਾ ਦੇਰ ਟੋਲਰੇਟ ਨਹੀਂ ਬੰਦਾ ਕਰ ਸਕਦਾ। ਸਾਲ ਦੇ 1.5 ਸਾਲ ਦੇ ਵਿੱਚ ਹੀ ਪੇਸ਼ੈਂਟ ਦੀ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਹੈ। ਬਟ ਸਾਡੀ ਦਵਾਈ ਖਾਂਦੇ ਨਾਲ ਉਹਨਾਂ ਨੂੰ ਡਾਇਲਸਿਸ ਦੀ ਲੋੜ ਨਹੀਂ ਪੈਂਦੀ। ਜੇ ਪੈਂਦੀ ਹੋਵੇ ਤਾਂ ਦੇਰ ਬਾਅਦ ਕਿਤੇ ਹੋਇਆ 6 ਮਹੀਨੇ ਬਾਅਦ ਇੱਕ ਅੱਧੀ ਵਾਰੀ ਕਰਵਾ ਲਿਆ। ਤੋ ਸਲੋਲੀ ਜਿਹੜੇ ਇੱਕ ਚੀਜ਼ ਔਰਗਨ ਖਰਾਬ ਹੋ ਗਿਆ ਹੈਗਾ ਉਹਦੀ ਅਸੀਂ ਵਰਕਿੰਗ ਦੇ ਵਿੱਚ ਲੈ ਆਉਂਦੇ ਹਾਂ ਦਵਾਈਆਂ ਦੇ ਨਾਲ। ਇਹਨੇ ਬੋਡੀ ਨੂੰ ਅੰਦਰੋਂ ਸਟਰੋਂਗ ਕਰਨਾ ਹੈਗਾ। ਦੇਖੋ ਜਿਹੜੇ ਕਿਡਨੀ ਸੈੱਲ ਵੀਕ ਹੈ ਉਹਨਾਂ ਨੂੰ ਇਸ ਚੀਜ਼ ਨੇ, ਸਟੈਮ ਸੈੱਲ ਨੇ ਉੱਥੇ ਜਾ ਕੇ ਉਹਨਾਂ ਦੀ ਜਗ੍ਹਾ ਲੈ ਕੇ ਉਹਨਾਂ ਨੂੰ ਦੁਬਾਰਾ ਰੀਐਕਟੀਵੇਟ ਕਰਨਾ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਜੇਕਰ ਕਿਸੇ ਇਨਸਾਨ ਨੂੰ ਜਾਂ ਕਿਡਨੀ ਫੇਲੀਅਰ ਹੁੰਦਾ ਜਾਂ ਲਿਵਰ ਡਿਜ਼ੀਜ਼ ਹੁੰਦਾ ਜਾਂ ਕੋਈ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਜਕੜ ਲੈਂਦੀ ਹੈ ਤਾਂ ਉਹਨੂੰ ਘਬਰਾਉਣ ਦੀ ਲੋੜ ਨਹੀਂ, ਉਹਨੂੰ ਆ ਕੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੀਦਾ, ਤਾਂ ਉਹਦਾ ਜਿਹੜਾ ਇਲਾਜ ਹੈ ਉਹ ਯਕੀਨਨ ਹੀ ਹੋ ਜਾਵੇਗਾ। ਜੀ ਬਿਲਕੁਲ ਜੀ। ਦੇਖੋ ਅੱਜ ਦੇ ਟਾਈਮ ਦੇ ਵਿੱਚ ਤਿੰਨ ਮੈਂ ਜਿਸ ਚੀਜ਼ ਦਾ ਇਲਾਜ ਕਰਦਾ, ਮੈਂ ਕੈਂਸਰ ਦਾ, ਲਿਵਰ ਡਿਜ਼ੀਜ਼, ਅੱਜ ਕੱਲ੍ਹ ਲਿਵਰ ਦੀਆਂ ਬਿਮਾਰੀਆਂ ਵੀ ਬਹੁਤ ਤੇਜ਼ੀ ਦੇ ਨਾਲ ਹਰ ਚੌਥੇ ਬੰਦੇ ਨੂੰ ਲਿਵਰ ਦੀ ਸਮੱਸਿਆ ਹੈ, ਕਿਉਂਕਿ ਸਾਡਾ ਖਾਣ ਪਾਣ ਠੀਕ ਨਹੀਂ ਹੈਗਾ, ਪੈਸਟੀਸਾਈਡ, ਕੈਮੀਕਲ, ਪੋਲਿਊਸ਼ਨ, ਇਹਨਾਂ ਚੀਜ਼ਾਂ ਦੇ ਕਰਕੇ ਲਿਵਰ ਦੀਆਂ ਬਿਮਾਰੀਆਂ ਬਹੁਤ ਤੇਜ਼ੀ ਦੇ ਨਾਲ ਫੈਲ ਰਹੀਆਂ। ਤੋ ਲਿਵਰ ਦਾ ਵੀ ਦੇਖਿਆ ਜਾਵੇ ਮਾਡਰਨ ਸਾਇੰਸ ਕੋਲ ਬਹੁਤ ਵਧੀਆ ਇਲਾਜ ਹੈ ਨਹੀਂ ਗਾ। ਉਹ ਵੀ ਥੋੜ੍ਹੀ ਦੇਰ ਬਾਅਦ ਕਹਿੰਦੇ ਆ ਵੀ ਪੇਸ਼ੈਂਟ ਨੂੰ ਵੀ ਤੈਨੂੰ ਹੁਣ ਟਰਾਂਸਪਲਾਂਟ ਕਰਾਉਣ ਦੀ ਲੋੜ ਪਏਗੀ, ਵਿਚ ਇਜ਼ ਵੈਰੀ ਕੋਸਟਲੀ। 30-35 ਲੱਖ ਰੁਪਏ ਦਾ ਪੈਕੇਜ ਹੁੰਦਾ ਹੈਗਾ। ਉਸ ਤੋਂ ਬਾਅਦ ਵੀ ਪੇਸ਼ੈਂਟ ਨੂੰ ਕੋਈ ਬਹੁਤ ਵਧੀਆ ਰਿਜ਼ਲਟ ਨਹੀਂ ਮਿਲ ਪਾਉਂਦੇ ਹੈਗੇ। ਉਹ ਸੈਕੰਡਲੀ ਫਿਰ ਡੋਨਰ ਵੀ ਉਹਨਾਂ ਨੂੰ ਆਪਣੇ ਕੋਲੋਂ ਹੀ ਦੇਣਾ ਪੈਂਦਾ ਹੈ। ਅਤੇ ਬਟ ਸਾਡੀ ਸਾਇੰਸ ਦੇ ਨਾਲ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਉੱਧਰੋਂ ਇੱਕ ਤਰ੍ਹਾਂ ਦਾ ਜਵਾਬ ਮਿਲ ਗਿਆ ਹੁੰਦਾ, ਐਸਾਈਟਿਸ ਹੋ ਗਿਆ ਹੁੰਦਾ, ਪਾਣੀ ਪੇਟ ਭਰਿਆ ਹੁੰਦਾ। ਅਤੇ ਸਾਡੀ ਦਵਾਈ ਦੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਵੀ ਪੇਸ਼ੈਂਟ ਦਾ, ਦੇਖੋ ਲਿਵਰ ਬੋਡੀ ਦਾ ਐਸਾ ਔਰਗਨ ਹੈ ਜਿਹੜਾ ਆਪਣੇ ਆਪ ਨੂੰ ਆਪ ਰਿਪੇਅਰ ਕਰਦਾ ਹੈ। ਤੋ ਸਾਡੀਆਂ ਦਵਾਈਆਂ ਉਸ ਚੀਜ਼ 'ਚ ਹੈਲਪਫੁਲ ਕਰਦੀਆਂ, ਉਹਦੀ ਡਿਜ਼ੀਜ਼ ਨੂੰ ਉਹਨੂੰ ਰਿਵਰਸ ਲੈ ਕੇ ਆਉਂਦੀਆਂ ਹਨ। ਲਿਵਰ ਡਿਜ਼ੀਜ਼ ਦੇ ਵਿੱਚ ਕੀ ਹੁੰਦਾ ਹੈ ਵੀ ਪੇਸ਼ੈਂਟ ਸਭ ਤੋਂ ਪਹਿਲਾਂ ਸਟਾਰਟਿੰਗ ਹੁੰਦੀ ਹੈਗੀ ਹੈ ਵੀ ਆਪਣਾ ਜੌਂਡਿਸ ਇੱਕ ਤੁਹਾਨੂੰ ਸਿੰਪਟਮ ਦੇਣਾ ਸ਼ੁਰੂ ਕਰਦੇ ਵੀ ਮੈਂ ਲਿਵਰ ਵੀ ਖਰਾਬ ਹੋ ਰਿਹਾ। ਅਸੀਂ ਕਈ ਵਾਰੀ ਉਸ ਚੀਜ਼ ਦਾ ਨਹੀਂ ਕੇਅਰ ਕਰਦੇ। ਲਿਵਰ ਇੱਕ ਹੁੰਦਾ ਐਲਕੋਹਲਿਕ ਲਿਵਰ ਡਿਜ਼ੀਜ਼, ਇੱਕ ਹੁੰਦੀ ਨੋਨ ਐਲਕੋਹਲਿਕ ਲਿਵਰ ਡਿਜ਼ੀਜ਼। ਐਲਕੋਹਲਿਕ ਲਿਵਰ ਡਿਜ਼ੀਜ਼ 70% ਲੋਕਾਂ ਨੂੰ ਹੁੰਦੀ ਜਿਹੜੇ ਡਰਿੰਕ ਵਗੈਰਾ, ਸ਼ਰਾਬ ਵਗੈਰਾ ਐਕਸੈਸ ਪੀਂਦੇ ਹੈਗੇ ਆ। ਅਤੇ ਜਿਹੜੀ ਨੋਨ ਐਲਕੋਹਲਿਕ ਹੈਗੀ ਹੈ ਉਹ ਲੇਡੀਜ਼ ਨੂੰ, ਬੱਚਿਆਂ ਨੂੰ ਹੁੰਦੀ ਹੈਗੀ ਹੈ, ਬੜਿਆਂ ਨੂੰ ਵੀ ਹੁੰਦੀ ਹੈਗੀ ਹੈ ਜਿਹੜੇ ਨੋਨ ਡਰਿੰਕਰ ਹੈਗੇ ਆ। ਉਹਦੇ ਵਿੱਚ ਕੀ ਹੈ ਵੀ ਹੈਪਾਟਾਈਟਸ A, B, C ਇਹਨਾਂ ਦੇ ਜਦੋਂ ਸਾਡੀ ਬੋਡੀ 'ਚ ਐਂਟਰ ਹੋ ਜਾਂਦੇ ਆ ਤਾਂ ਸਾਨੂੰ ਲਿਵਰ ਦੀ ਸਮੱਸਿਆ ਹੋ ਜਾਂਦੀ ਹੈ। ਲਿਵਰ ਦੇ ਵੀ ਅੱਗੇ ਬਿਮਾਰੀਆਂ ਦੇ ਪ੍ਰਕਾਰ ਹੁੰਦੇ ਹਨ। ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਫੈਟੀ ਲਿਵਰ ਤੋਂ ਇਹਦੀ ਸਟਾਰਟਿੰਗ ਹੁੰਦੀ ਹੈ। ਆਮ ਤੌਰ 'ਤੇ ਪੇਸ਼ੈਂਟਸ ਫੈਟੀ ਲਿਵਰ ਨੂੰ ਇਗਨੋਰ ਕਰਦੇ ਹਨ ਵੀ ਕੋਈ ਗੱਲ ਨਹੀਂ। ਫੈਟੀ ਲਿਵਰ ਦੀ ਵੀ 4 ਸਟੇਜ ਹੈ, 1, 2, 3, 4। ਜਦੋਂ ਅਸੀਂ ਉਸ ਚੀਜ਼ ਨੂੰ ਇਗਨੋਰ ਕਰਦੇ ਹਾਂ ਉਸ ਤੋਂ ਬਾਅਦ ਫਿਰ ਲਿਵਰ ਫਾਈਬਰੋਸਿਸ ਹੁੰਦਾ ਹੈ, ਉਸ ਤੋਂ ਬਾਅਦ ਫਿਰ ਲਿਵਰ ਸਿਰੋਸਿਸ ਹੁੰਦਾ ਹੈ, ਉਸ ਤੋਂ ਬਾਅਦ ਫਿਰ ਲਿਵਰ ਕੈਂਸਰ ਹੁੰਦਾ ਹੈ। ਜਦ ਲਿਵਰ ਸਿਰੋਸਿਸ ਦੀ ਸਟੇਜ ਹੈ, ਬੜੀ ਇੱਕ ਡੇਂਜਰਸ ਸਟੇਜ ਹੈਗੀ ਹੈ, ਜਿਹਦੇ ਵਿੱਚ ਪੇਸ਼ੈਂਟ ਦਾ ਖਾਣਾ ਪੀਣਾ ਬੰਦ ਹੋ ਜਾਂਦਾ ਹੈ, ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ, ਲੱਤਾਂ ਬਾਹਾਂ ਸੁੱਕ ਕੇ ਬਹੁਤ ਪਤਲੀਆਂ ਰਹਿ ਜਾਂਦੀਆਂ ਹਨ, ਅਤੇ ਇੱਕ ਤਰ੍ਹਾਂ ਦੀ ਪੇਸ਼ੈਂਟ ਡੈਥ ਬੈੱਡ 'ਤੇ ਹੋ ਜਾਂਦਾ ਹੈਗਾ। ਮਾਡਰਨ ਸਾਇੰਸ ਦੇ ਵਿੱਚ ਉਸ ਚੀਜ਼ ਨੂੰ ਕਹਿੰਦੇ ਆ ਵੀ ਹੁਣ ਤੁਸੀਂ ਟਰਾਂਸਪਲਾਂਟ ਕਰਾ ਲਓ, ਜਿਹੜਾ ਕਿ ਹਰੇਕ ਅਫੋਰਡੇਬਲ ਨਹੀਂ ਹੈ। ਅਤੇ ਸਾਡੀਆਂ ਦਵਾਈਆਂ ਦੇ ਨਾਲ ਉਹਦਾ ਸਲੋਲੀ ਰਿਵਰਸ ਆਉਣਾ ਸ਼ੁਰੂ ਹੋ ਜਾਂਦਾ। ਸਭ ਤੋਂ ਪਹਿਲਾਂ ਤਾਂ ਉਹਦੇ ਪੇਟ 'ਚ ਪਾਣੀ ਜਿਹੜਾ ਭਰਨਾ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਲਿਵਰ ਇਟ ਸੈਲਫ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈਗਾ। ਜਿਸ ਹਿਸਾਬ ਨਾਲ ਅਸੀਂ ਇੱਕ ਡਾਈਟ ਪਲਾਨ ਦੱਸਦੇ ਹੈਗੇ ਹਾਂ, ਪੇਸ਼ੈਂਟ ਉਸ ਦੇ ਨਾਲ ਚੱਲਦਾ ਰਹੇ ਤਾਂ ਬਹੁਤ ਅੱਛੇ ਰਿਜ਼ਲਟ ਮਿਲਦੇ ਹਨ। ਡਾਕਟਰ ਸਾਹਿਬ, ਇੱਕ ਮੈਂ ਗੱਲ ਕਰਾਂ ਤਾਂ ਇੱਕ ਜਿਹੜਾ ਸਵਾਲ ਹੈ ਕਿ ਜਿਹੜੀਆਂ ਅੱਜ ਕੱਲ੍ਹ ਮਨੁੱਖ ਅੰਗਰੇਜ਼ੀ ਦਵਾਈਆਂ ਖਾਂਦਾ, ਕਿ ਕੋਈ ਵੀ ਬੰਦੇ ਨੂੰ ਬਿਮਾਰੀ ਹੁੰਦੀ ਹੈ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆਵਾਂ ਜਿਹੜੀ ਆਉਂਦੀ ਹੈ, ਤਾਂ ਜਦੋਂ ਅੰਗਰੇਜ਼ੀ ਦਵਾਈਆਂ ਉਹ ਸਟਾਰਟ ਕਰ ਦਿੰਦਾ ਤਾਂ ਸਿਰਫ ਕੁਝ ਸਮੇਂ ਦੇ ਲਈ ਜਿਹੜੇ ਉਹ ਠੀਕ ਰਹਿੰਦਾ, ਅਤੇ ਉਸ ਤੋਂ ਬਾਅਦ ਫਿਰ ਉਸ ਨੂੰ ਸਮੱਸਿਆ ਆ ਜਾਂਦੀ ਹੈ।
ਕਿ ਇਹ ਜਿਹੜੀ ਤੁਸੀਂ ਮੈਡੀਸਨ ਦੱਸ ਰਹੇ ਹੋ ਇਹ ਲੈਣ ਦੇ ਨਾਲ ਇਹ ਤਾਂ ਨਹੀਂ ਹੋਵੇਗਾ ਕਿ ਉਨਾ ਟਾਈਮ ਹੀ ਜਿਹੜਾ ਉਹ ਠੀਕ ਰਹੇਗਾ ਤੇ ਜਦੋਂ ਮੈਡੀਸਨ ਛੱਡਦੀ ਆਪਾਂ ਉਸ ਤੋਂ ਬਾਅਦ ਫਿਰ ਕੋਈ ਸਮੱਸਿਆ ਹੋਣੀ ਸਟਾਰਟ ਹੋ ਜਾਂਦੀ ਹੈ? ਦੇਖੋ ਜੋ ਇਹ ਮੈਡੀਸਨ ਹੈ ਇਹ ਬਿਮਾਰੀ ਤੇ ਨਹੀਂ ਕੰਮ ਕਰਦੀ, ਇਹ ਸਰੀਰ ਤੇ ਕੰਮ ਕਰਦੀ ਹੈ। ਇਸਨੇ ਜਦੋਂ ਸਰੀਰ ਨੂੰ ਸਟਰੋਂਗ ਬਣਾ ਦੇਣਾ ਹੈਗਾ, ਅਸੀਂ ਦਵਾਈ ਤਾਂ ਕਿਸੇ ਹੋਰ ਰੋਗ ਦੀ ਖਾ ਰਹੇ ਹਾਂ, ਜਦ ਸਾਡਾ ਸਰੀਰ ਠੀਕ ਹੈ ਤਾਂ ਸਾਰੀਆਂ ਬਿਮਾਰੀਆਂ ਹੀ ਸਾਈਮਲਟੇਨੀਅਸਲੀ ਠੀਕ ਹੋ ਰਹੀਆਂ ਹੈਗਾ। ਮੈਂ ਹੁਣ ਤੁਹਾਨੂੰ ਇੱਕ ਕਰਾਂ, ਜਿੱਦਾਂ ਸ਼ੂਗਰ ਦੀ ਦਵਾਈ ਹੈਗੀ, ਸ਼ੂਗਰ ਦੀ ਬਿਮਾਰੀ ਹੈ ਅੱਜ ਕੱਲ੍ਹ ਬਹੁਤ ਜਣਿਆਂ ਨੂੰ, ਇੰਡੀਆ ਇੱਕ ਸ਼ੂਗਰ ਦੀ ਕੈਪੀਟਲ ਬਣ ਚੁੱਕਿਆ ਹੈ। ਕੀ ਹੈ ਸ਼ੂਗਰ ਦੇ ਨਾਲ ਸਾਨੂੰ ਕੀ, ਸ਼ੂਗਰ ਦੇ ਪੇਸ਼ੈਂਟ ਦਵਾਈ ਖਾ ਰਿਹਾ, ਸ਼ੂਗਰ ਨਾਰਮਲ ਆ ਰਹੀ ਹੈਗੀ ਹੈ, ਠੀਕ ਹੈ, ਬਟ ਜੋ ਸ਼ੂਗਰ ਦੀ ਦਵਾਈ ਦੇ ਨਾਲ ਨੁਕਸਾਨ ਹੋ ਰਹੇ ਹਨ, ਪੇਸ਼ੈਂਟ ਉਸ ਚੀਜ਼ ਤੋਂ ਡਰਦਾ ਹੈ, ਕਿਉਂਕਿ ਸ਼ੂਗਰ ਜਿਹੜੀ ਬਿਮਾਰੀ ਹੈ ਉਹ ਕਿਡਨੀ 'ਤੇ, ਉਹ ਬ੍ਰੇਨ 'ਤੇ, ਉਹ ਹਾਰਟ 'ਤੇ, ਉਹ ਆਈਜ਼ 'ਤੇ, ਉਹ ਫੀਟ ਪੈਰਾਂ 'ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ, ਜਿਸ ਕਰਕੇ ਕਿ ਪੇਸ਼ੈਂਟ ਉਸ ਚੀਜ਼ ਤੋਂ ਡਰਦਾ ਹੈ। ਜਿਹੜਾ ਵੀ ਪੇਸ਼ੈਂਟ ਕੰਟੀਨਿਊਸਲੀ ਦਵਾਈਆਂ ਖਾ ਰਿਹਾ ਹੈਗਾ ਉਹਦਾ ਡੇ ਬਾਈ ਡੇ ਸਰੀਰ ਵੀਕ ਹੁੰਦਾ ਰਹਿਣਾ ਹੈਗਾ। ਹੁਣ ਸਾਡੀ ਜਿਹੜਾ ਨਾਲ ਮੈਂ ਖਾਸ ਕਰ ਸ਼ੂਗਰ ਔਰ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਨੂੰ ਇਹ ਕਹਿੰਦਾ ਵੀ ਨਾਲ ਤੁਸੀਂ ਸਟੈਮ ਸੈੱਲ ਦਾ ਇੱਕ ਸੈਸ਼ੇ ਰੋਜ਼ ਖਾਣਾ ਸ਼ੁਰੂ ਕਰ ਦਿਓ, ਚਾਹੇ ਜੋ ਮਰਜ਼ੀ ਦਵਾਈ ਖਾਂਦੇ ਰਹੋ। ਦਵਾਈ ਦੇ ਨਾਲ ਜਿਹੜੀਆਂ ਤੁਹਾਡੇ ਅੰਦਰ ਮਤਲਬ ਕਿ ਤੁਹਾਡੇ ਅੰਦਰ ਜਿਹੜੀਆਂ ਨੈਗੇਟਿਵਿਟੀਜ਼ ਆ ਰਹੀਆਂ ਹੈਗੀਆਂ ਜਾਂ ਤੁਹਾਨੂੰ ਹੋਰ ਬਿਮਾਰੀਆਂ ਦਾ ਡਰ ਹੈਗਾ, ਸਾਈਡ ਇਫੈਕਟ ਇਜ਼ ਕਰੈਕਟ ਵਰਡ, ਜਿਹੜੇ ਉਹਦੇ ਸਾਈਡ ਇਫੈਕਟ ਹੈ ਉਹ ਤੋਂ ਇਹ ਬਹੁਤ ਵਧੀਆ ਢੰਗ ਨਾਲ ਰੋਕਦੀ ਹੈ। ਤਾਂ ਸਲੋਲੀ ਤੁਹਾਡੀ ਦਵਾਈ ਦੀ ਡੋਜ਼ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਇੱਕ ਟਾਈਮ ਆਏਗਾ ਤੁਹਾਨੂੰ ਦਵਾਈ ਬੰਦ ਤੁਹਾਡੀ ਹੋ ਜਾਏਗੀ, ਕਿਉਂਕਿ ਇਸ ਨੇ ਪੈਂਕਰੀਆਟਿਕ ਸੈੱਲ ਦੀ ਜਾ ਕੇ ਜਗ੍ਹਾ ਲੈ ਲੈਣੀ ਹੈਗੀ ਹੈ। ਜਦੋਂ ਤੁਹਾਡਾ ਪੈਂਕਰੀਅਸ ਵਰਕਿੰਗ 'ਚ ਆ ਜਾਏਗਾ ਤੁਹਾਡੀ ਸ਼ੂਗਰ ਆਟੋਮੈਟਿਕਲੀ ਠੀਕ ਹੋ ਜਾਏਗੀ। ਡਾਕਟਰ ਸਾਹਿਬ ਇੱਕ ਤੁਸੀਂ ਹੋਰ ਵੀ ਜਿਹੜਾ ਅਕਸਰ ਗੱਲ ਕਰਦੇ ਹੁੰਦੇ ਆ ਕਿ ਭੁੱਖਾ ਰਹਿਣ ਨਾਲ ਵੀ ਬੰਦਾ ਜਿਹੜਾ ਠੀਕ ਹੋ ਜਾਂਦਾ ਹੈ, ਕਿ ਇਹ ਵਾਕਈ ਸੱਚ ਹੈ ਕਿ ਕੋਈ ਇਨਸਾਨ ਭੁੱਖਾ ਰਹਿ ਕੇ ਵੀ ਬਿਮਾਰੀਆਂ ਤੋਂ ਨਿਜਾਤ ਪਾ ਸਕਦਾ ਹੈ? ਜੀ ਬਿਲਕੁਲ। ਮੈਂ ਇਹਦੇ ਨਾਲ ਅਸੀਂ ਇੱਕ ਸਾਇੰਸ ਹੈ ਆਟੋਫੈਜੀ, ਇਹ ਜਾਪਾਨ ਦੇ ਡਾਕਟਰ ਓਸ਼ੋਮੀ, ਉਹਨਾਂ ਨੂੰ 2017 ਦੇ ਵਿੱਚ ਨੋਬਲ ਪੁਰਸਕਾਰ ਮਿਲਿਆ ਸੀਗਾ। ਉਹ ਜਾਪਾਨ ਦੇ ਲੋਕ ਮਾਡਰਨ ਦਵਾਈਆਂ ਬਹੁਤ ਘੱਟ ਖਾਂਦੇ ਹਨ, ਉਹਨਾਂ ਦੀ ਏਜ ਕਾਫੀ ਲੰਬੀ ਹੁੰਦੀ ਹੈ। ਉਹ ਉੱਥੇ ਕੋਈ 80-85 ਸਾਲ ਦੇ ਵੀ ਡੈਥ ਹੋ ਜਾਵੇ ਤਾਂ ਉਹ ਕਹਿੰਦੇ ਵੀ ਜਲਦੀ ਚਲੇ ਗਿਆ ਬੰਦਾ। ਜਾਪਾਨ ਦੇ ਵਿੱਚ ਇੱਕ ਵਿਲੇਜ ਹੈ ਜਿਸ 'ਚ ਹਰੇਕ ਬੰਦਾ 100 ਸਾਲ ਤੋਂ ਉੱਪਰ ਹੈਗਾ, ਬਟ ਉਹ ਲੋਕ ਇਹ ਦਵਾਈਆਂ ਘੱਟ ਖਾਂਦੇ ਹਨ। ਉਹਨਾਂ ਦੇ ਹੀ ਇੱਕ ਸਾਇੰਟਿਸਟ ਡਾਕਟਰ ਓਸ਼ੋਮੀ, ਉਹਨਾਂ ਨੇ ਇੱਕ ਨਵੀਂ ਸਾਇੰਸ ਇਜਾਦ ਕੀਤੀ ਜਿਹਦਾ ਨਾਂ ਹੈ ਆਟੋਫੈਜੀ। ਆਟੋ ਮੀਨਸ ਆਪਣੇ ਆਪ, ਫੈਜੀ ਮੀਨਸ ਖਾਣਾ। ਜਦੋਂ ਉਹਦੇ ਵਿੱਚ ਕੀ ਹੈ ਵੀ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਫਾਸਟਿੰਗ 'ਤੇ ਰੱਖਦੇ ਹਾਂ ਅਸੀਂ, ਉਹ ਜ਼ਰੂਰੀ ਨਹੀਂ ਵੀ ਹਰ ਰੋਜ਼ ਕਰਨਾ ਪੈਂਦਾ ਹੈਗਾ। ਉਹਦੇ ਵਿੱਚ ਜਦੋਂ 12 ਘੰਟੇ ਤੋਂ ਬਾਅਦ ਸਰੀਰ ਦੇ ਜਿਹੜੇ ਸੈੱਲ ਹੈ ਉਹ ਆਟੋਫੈਜੀ ਰੇਂਜ 'ਚ ਆਉਣਾ ਸ਼ੁਰੂ ਹੋ ਜਾਂਦੇ ਹਨ, ਤਾਂ ਕਿ ਉਹ ਜਦੋਂ ਉਹਨਾਂ ਨੂੰ ਖਾਣੇ ਦੀ ਜ਼ਰੂਰਤ ਹੈ ਉਹਨਾਂ ਨੇ ਆਪਣੇ ਆਪ ਨੂੰ ਹੀ ਖਾਣਾ ਸ਼ੁਰੂ ਕਰ ਦੇਣਾ ਹੈਗਾ। ਉਹਨਾਂ ਨੇ ਜਿਹੜੇ ਬਿਮਾਰੀਆਂ ਦੇ ਸੈੱਲ ਹੈ, ਕੈਂਸਰ ਦੇ ਵਿੱਚ ਆਟੋਫੈਜੀ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੂੰ ਅਸੀਂ ਸਟੈਮ ਸੈੱਲ ਔਰ ਆਟੋਫੈਜੀ ਦੋਨੇ ਸ਼ੁਰੂ ਕਰਕੇ ਅਸੀਂ ਬਹੁਤ ਵਧੀਆ ਰਿਜ਼ਲਟ ਲਏ ਪੇਸ਼ੈਂਟਸ 'ਤੇ, ਜਿਨ੍ਹਾਂ ਨੇ ਈਵਨ ਡਾਕਟਰਸ ਨੇ ਕਹਿ ਦਿੱਤਾ ਵੀ ਹੁਣ ਇਹਦੀ 4th ਸਟੇਜ ਹੈ, ਇਹਦੇ ਕੋਲ ਬਹੁਤ ਘੱਟ ਟਾਈਮ ਹੈਗਾ। ਉਹਨਾਂ ਨੂੰ ਅਸੀਂ ਨਾਲ ਸਟੈਮ ਸੈੱਲ ਸ਼ੁਰੂ ਕਰ ਰਹੇ ਹਾਂ, ਨਾਲ ਉਹਨੂੰ ਆਟੋਫੈਜੀ ਦਿੰਦੇ ਹਾਂ, ਨਾਲ ਕੁਛ ਦਵਾਈਆਂ ਅਸੀਂ ਸਪੈਜਰਿਕ ਮੈਡੀਸਨ ਹੈਗੀਆਂ, ਉਹ ਜਰਮਨ ਦੀਆਂ ਮੈਡੀਸਨ ਹੈਗੀਆਂ, ਉਹਦੇ ਨਾਲ ਦੇਖ ਅਸੀਂ ਮਲਟੀਪਲ ਟਰੀਟਮੈਂਟ ਦਿੰਦੇ ਹੈਗੇ ਤਾਂ ਕਿ ਪੇਸ਼ੈਂਟਸ ਨੂੰ ਹਰ ਪਾਸਿਓਂ ਆਰਾਮ ਮਿਲੇ। ਆਟੋਫੈਜੀ ਜਿਹੜੀ ਸਾਇੰਸ ਹੈ ਉਹਦੇ ਨਾਲ ਅਸੀਂ ਕੈਂਸਰ ਵਰਗੀਆਂ ਜਾਂ ਡਾਇਬਟੀਜ਼ ਜਾਂ ਹੋਰ ਜਿਹੜੀਆਂ ਗੰਭੀਰ ਬਿਮਾਰੀਆਂ ਹੈ, ਤੁਸੀਂ ਵੀ ਇੱਕ ਵਾਰੀ ਇੱਕ ਦਿਨ ਆਪਣੇ ਆਪ ਨੂੰ ਪੂਰਾ 24 ਆਵਰਸ ਵਿਦਆਊਟ ਹੈਵਿੰਗ ਐਨੀਥਿੰਗ, ਬਿਨਾਂ ਕੁਝ ਖਾਏ ਰਹਿ ਕੇ ਦੇਖੋ, ਤੁਹਾਨੂੰ ਆਪਣੇ ਆਪ ਹੀ ਅਗਲੇ ਦਿਨ ਤੁਹਾਡਾ ਬਹੁਤ ਹੀ ਵਧੀਆ ਅੱਛਾ ਤੁਹਾਡਾ ਦਿਨ ਲੱਗੇਗਾ। ਉਸੇ ਤਰ੍ਹਾਂ ਅਸੀਂ ਇਸ ਚੀਜ਼ ਦੇ ਰਿਜ਼ਲਟ ਵੀ ਲਏ ਹਨ। ਪੇਸ਼ੈਂਟਸ ਨੂੰ ਆਟੋਫੈਜੀ 4, 5, 6 ਕਰਾ ਕੇ ਉਸ ਤੋਂ ਬਾਅਦ ਉਹਨਾਂ ਦੀ ਦੁਬਾਰਾ ਅਲਟਰਾਸਾਊਂਡ ਕਰਵਾਈ, ਉਹਨਾਂ ਦੇ ਟਿਊਮਰ ਦੇ ਸਾਈਜ਼ ਘਟੇ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਰਾਜੇਸ਼ ਠਾਕੁਰ ਜੀ, ਜਿਨ੍ਹਾਂ ਨੇ ਸਾਨੂੰ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਤੁਹਾਨੂੰ ਜੇਕਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਵਾਂ ਆ ਜਾਂਦੀਆਂ ਤਾਂ ਤੁਹਾਨੂੰ ਘਬਰਾਉਣ ਦੀ ਜਿਹੜੀ ਲੋੜ ਨਹੀਂ ਹੈ ਅਤੇ ਉਹਨਾਂ ਦਾ ਇਲਾਜ ਜਿਹੜਾ ਉਹ ਸੰਭਵ ਹੈ, ਇਲਾਜ ਜਿਹੜਾ ਹੋ ਸਕਦਾ। ਅਤੇ ਜੇਕਰ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਤੁਸੀਂ ਜਾਣ ਪਹਿਚਾਣ ਵਾਲੇ ਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈਗੀ ਹੈ ਤਾਂ ਸਕਰੀਨ ਦੇ ਉੱਪਰ ਜਿਹੜੇ ਨੰਬਰ ਚੱਲ ਰਹੇ ਆ, ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਹੈ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਲੈ ਸਕਦੇ ਹੋ। ਤੁਸੀਂ ਸਾਡੇ ਨਾਲ ਜੁੜੇ ਹੋ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਗਗਨ ਸਮਾਦ, ਨਾਲ ਕੈਮਰਾਮੈਨ ਪ੍ਰਿੰਸ ਕੁਮਾਰ।